ਹੈਲੋ ਕੈਨੇਡਾ ਟੀਵੀ ਪ੍ਰੋਗਰਾਮ ਵੇਖ ਰਹੇ ਆਪ ਸਭ ਦਰਸ਼ਕਾਂ ਨੂੰ ਮੇਜਰ ਸਿੰਘ ਨਾਗਰਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਔਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਇੱਕ ਖਾਸ ਸ਼ਖਸੀਅਤ ਦੇ ਨਾਲ ਇੱਕ ਖਾਸ ਗੱਲਬਾਤ ਦੇ ਲਈ ਹਾਜ਼ਰ ਹੋਏ ਹਾਂ। ਜਿਵੇਂ ਕਿ ਤੁਸੀਂ ਵੇਖ ਰਹੇ ਹੋ ਕਿ ਮੇਰੇ ਨਾਲ ਇੱਕ ਸ਼ਖਸੀਅਤ ਜਿਹੜੀ ਹੈ ਜਿਸ ਦਾ ਕਿ ਤਾਰੁਫ ਮੈਂ ਕਰਵਾਉਣ ਜਾ ਰਿਹਾ ਉਹ ਹਾਜ਼ਰ ਹਨ ਸਾਡੇ ਨਾਲ। ਸੋ ਮੈਂ ਪਹਿਲਾਂ ਆਪਣੇ ਦਰਸ਼ਕਾਂ ਨੂੰ ਦੱਸ ਦਿਆਂ ਕਿ ਬੜਾ ਸੌਖਾ ਹੁੰਦਾ ਹੈ ਕਹਿ ਦੇਣਾ ਕਿ ਮੈਂ ਕਿਤਾਬਾਂ ਪੜ੍ਹ ਲਈਆਂ ਜਾਂ ਮੈਂ ਆਹ ਕਰ ਲਿਆ ਜਾਂ ਮੈਂ ਦੁਨੀਆ ਘੁੰਮ ਲਈ ਜਾਂ ਇੰਨੀ ਪੜ੍ਹਾਈ ਕਰ ਲਈ ਤੇ ਆਹ ਕਰ ਕਰਕੇ ਆਪਾਂ ਕਈ ਹੋਰ ਗੱਲਾਂ ਦੀ ਵੀ ਜਿਹੜੀ ਉਹ ਜ਼ਿਕਰ ਕਰਦੇ ਹਾਂ ਆਪਣੀ ਜ਼ਿੰਦਗੀ ਦੇ ਵਿੱਚ। ਪਰ ਕਈ ਵਾਰੀ ਜਿਹੜੀਆਂ ਪ੍ਰਾਪਤੀਆਂ ਨੇ ਜੀ ਉਹ ਆਪਾਂ ਦੱਸਦੇ ਨਹੀਂ, ਜਾਂ ਇਹ ਕਹਿ ਲਓ ਕਿ ਉਹ ਉਸ ਸੁਗੰਧ ਵਰਗੀਆਂ ਹੁੰਦੀਆਂ ਨੇ ਜਿਹੜੀਆਂ ਕਿ ਦੱਸਣ ਦੀ ਲੋੜ ਨਹੀਂ ਪੈਂਦੀ। ਸੋ ਅੱਜ ਦੀ ਜਿਹੜੀ ਸਾਡੀ ਸ਼ਖਸੀਅਤ ਹੈ ਉਹ ਵੀ ਅਜਿਹੀ ਹੀ ਇੱਕ ਨਾਯਾਬ ਸ਼ਖਸੀਅਤ ਹੈ ਜਿਨ੍ਹਾਂ ਨੂੰ ਕਿ ਆਪਣੇ ਬਾਰੇ ਦੱਸਣ ਦੀ ਸ਼ਾਇਦ ਲੋੜ ਨਹੀਂ ਹੈ, ਪਰ ਫਿਰ ਵੀ ਮੈਂ ਆਪਣੇ ਦਰਸ਼ਕਾਂ ਨੂੰ ਦੱਸਦਾ ਕਿ ਮੇਰੇ ਨਾਲ ਇਸ ਵਕਤ ਕੁਲਦੀਪ ਕੌਰ ਜੀ ਹਨ, ਜਿਹੜੇ ਕਿ ਆਪਣੇ ਆਪ ਦੇ ਵਿੱਚ ਇੱਕ ਆਪਣੇ ਜਿਹੜਾ ਇਹਨਾਂ ਦੀ ਵਿਧਾ ਹੈ ਉਹਦੇ ਵਿੱਚ ਇੱਕ ਇਹ ਸਥਾਪਿਤ ਔਰ ਇੱਕ ਹਸਤਾਖਰ ਵਰਗਾ ਇਹਨਾਂ ਦਾ ਨਾਮ ਹੈ। ਸੋ ਆਓ ਆਪਾਂ ਇਹਨਾਂ ਤੋਂ ਜਾਣਦੇ ਹਾਂ ਕਿ ਇਹ ਕਿਸ ਵਿਧਾ, ਕਿਸ ਖੇਤਰ ਅਤੇ ਕਿਸ ਪਾਸੇ ਜਿਹੜਾ ਹੈ ਜਿਨ੍ਹਾਂ ਦਾ ਰੁਝਾਨ ਹੈ ਔਰ ਕਿਸ ਪਾਸੇ ਹੀ ਯੋਗਦਾਨ ਪਾ ਰਹੇ ਹਨ। ਸੋ ਕੁਲਦੀਪ ਕੌਰ ਜੀ, ਤੁਹਾਡਾ ਹੈਲੋ ਕੈਨੇਡਾ ਦੇ ਵਿੱਚ ਨਿੱਘਾ ਸਵਾਗਤ ਜੀ ਹੈ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਹਾਡੀ ਸਾਰੀ ਟੀਮ ਦਾ, ਤੁਹਾਡਾ ਔਰ ਮੈਨੂੰ ਤੁਸੀਂ ਮਾਣ ਦੇਣ ਦਾ, ਆਪਣੇ ਦਰਸ਼ਕਾਂ ਦੇ ਨਾਲ ਜੋੜਨ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਮੈਂ ਸਾਰੇ ਦਰਸ਼ਕਾਂ ਨੂੰ ਵੀ ਬਹੁਤ ਬਹੁਤ ਤਹਿ ਦਿਲੋਂ ਸਤਿ ਸ਼੍ਰੀ ਅਕਾਲ ਕਰਦੀ ਹਾਂ ਜੀ। ਇਹ ਕਹਿ ਦੇਣਾ ਕਿ ਮੈਂ ਆਪਣੇ ਦਰਸ਼ਕਾਂ ਨੂੰ ਫਿਰ ਮੁਖਾਤਿਬ ਹੁੰਨਾ ਕਿ ਕਈ ਵਾਰੀ ਇਹ ਕਹਿ ਦਿੱਤਾ ਜਾਂਦਾ ਇੱਕ ਕਿਤਾਬ, ਦੋ ਕਿਤਾਬਾਂ ਜਦੋਂ ਆ ਜਾਂਦੀਆਂ ਨੇ ਕਿਸੇ ਲੇਖਕ ਦੀਆਂ ਜਾਂ ਤਿੰਨ ਆ ਗਈਆਂ ਚਲੋ, ਤੇ ਉਹ ਇੱਕ ਨਾ ਜੀ ਆਪਣੇ ਆਪ ਨੂੰ ਇੱਕ ਡਿਫਰੈਂਟ ਲੈਵਲ ਜਿਹੜਾ ਸਟੇਟਸ ਦੇ ਵਿੱਚ ਉਹ ਪਹੁੰਚ ਜਾਂਦਾ, ਜਿਹੜਾ ਕਿ ਉਹਦਾ ਹੱਕ ਬਣਦਾ ਵੀ ਹੈ। ਪਰ ਤੁਹਾਡੇ ਵੱਲੋਂ ਦਰਜਨ ਦੇ ਕਰੀਬ ਕਿਤਾਬਾਂ ਦਾ ਆ ਜਾਣਾ ਔਰ ਉਹ ਵੀ ਇੱਕ ਤੋਂ ਇੱਕ ਵੱਧ ਕੇ। ਸੋ ਸਭ ਤੋਂ ਪਹਿਲਾਂ ਤਾਂ ਆਪਣਾ ਜਿਹੜਾ ਤੁਹਾਡਾ ਜਿਹੜਾ ਪਿਛੋਕੜ ਹੈ, ਤੁਸੀਂ ਕਿਸ ਸ਼ਹਿਰ ਤੋਂ, ਤੇ ਤੁਹਾਡੀ ਪੜ੍ਹਾਈ ਤੇ ਉਸ ਤੋਂ ਬਾਅਦ ਤੁਹਾਡਾ ਜਿਹੜਾ ਕਾਰਜ ਖੇਤਰ ਕੀ ਰਿਹਾ, ਅਤੇ ਫਿਰ ਆਪਾਂ ਸਾਹਿਤ ਦੀ ਨਾਲ ਨਾਲ ਗੱਲ ਕਰਾਂਗੇ ਜੀ। ਮੈਂ ਦਿੱਲੀ ਦੀ ਜੰਮ ਪਲ ਤੇ ਪੜ੍ਹ, ਕੀ ਬਾਤ ਹੈ ਜੀ। ਮੇਰੀ ਪੂਰੀ ਐਜੂਕੇਸ਼ਨ ਦਿੱਲੀ ਯੂਨੀਵਰਸਿਟੀ ਦਿੱਲੀ ਦੀ ਹੈ, ਦਿੱਲੀ ਦੇ ਸਕੂਲਸ ਤੇ ਕਾਲਜਿਸ ਤੇ ਯੂਨੀਵਰਸਿਟੀਜ਼ ਦੀ ਜੀ। ਮੇਰੀ ਪਿਛੋਕੜ ਤਾਂ ਉਹੀ ਹੈ ਜਿਹੜੀ ਆਪਾਂ ਸਾਰੇ ਪੰਜਾਬੀਆਂ ਦੀ ਹੈ। ਆਪਾਂ ਸਾਰੇ ਸਾਂਝੇ ਪੰਜਾਬ ਨਾਲ ਜੁੜੇ ਹੋਏ ਹਾਂ। ਮੇਰੇ ਪੇਰੈਂਟਸ ਲਾਹੌਰ ਤੋਂ 1947 ਵਿੱਚ ਇੱਥੇ ਆਏ। ਲੋਕ ਕਹਿੰਦੇ ਨਾ ਆਜ਼ਾਦੀ ਮਿਲੀ, ਮੈਂ ਕਹਿੰਦੀ ਹਾਂ ਉਜੜ ਕੇ ਆਏ ਤੇ ਆਪਣਾ ਸਾਰਾ ਕੁਝ ਛੱਡ ਕੇ ਆਏ। ਤੇ ਮੈਂ ਆਜ਼ਾਦੀ ਮਿਲਣ ਜਾਂ ਉੱਥੋਂ 1947 ਦੀ ਵੰਡ ਤੋਂ ਬਾਅਦ ਮੈਂ 10 ਸਾਲ ਬਾਅਦ ਪੈਦਾ ਹੋਈ। ਤੇ ਪਰ ਮੇਰਾ ਉਹ ਸਾਰਾ ਅਨੁਭਵ ਮੈਂ ਆਪਣੇ ਮਾਪਿਓ ਜਾਂ ਆਪਣੇ ਦੂਸਰੇ ਰਿਸ਼ਤੇਦਾਰਾਂ ਜਾਂ ਭੈਣ ਭਰਾਵਾਂ ਦੀ ਜ਼ੁਬਾਨੀ ਮੈਨੂੰ ਲੱਗਦਾ ਸੀ ਕਿ ਮੈਂ ਆਪਣੇ ਪਿੰਡੇ ਤੇ ਹੰਢਾ ਰਹੀ ਹਾਂ। ਉਹ ਸਾਰੀ ਤਰਾਸਦੀ, ਉਹ ਸਾਰਾ ਦੁੱਖ, ਉਹ ਸਾਰੀ ਐਗਨੀ ਜਿਹੜੀ ਹੈ ਉਹ ਮੈਂ ਫੀਲ ਕਰ ਪਾਉਂਦੀ ਸੀ ਉਹਨਾਂ ਦੀ। ਤੇ ਉਹਦੇ ਵਿੱਚ ਹੀ ਮੇਰਾ ਬਚਪਨ ਬੀਤਿਆ। ਪਰ ਮੈਂ ਬੜੀ ਖੁਸ਼ਕਿਸਮਤ ਹਾਂ ਨਾਗਰਾ ਸਾਹਿਬ ਕਿ ਮੇਰੇ ਪੇਰੈਂਟਸ ਬੇਸ਼ੱਕ ਜ਼ਿਆਦਾ ਪੜ੍ਹੇ ਲਿਖੇ ਨਹੀਂ ਸੀ ਜਾਂ ਪਿੱਛੋਂ ਵੀ ਪਿਛੋਕੜ ਸਾਰੀ ਪੰਜਾਬ ਦੀ। ਮੇਰੇ ਦਾਦਾ ਜੀ ਫਾਰਮਰ ਸਨ, ਹਾਲਾਂਕਿ ਅਸੀਂ ਜੱਟ ਨਹੀਂ ਹੁੰਦੇ, ਖੱਤਰੀ ਹੁੰਦੇ ਹਾਂ। ਤੇ ਮੇਰੇ ਉੱਤੇ ਪਾਪਣ ਹੋਣ ਦਾ ਵੀ ਬੜਾ ਟੈਗ ਲੱਗਦਾ, ਦਿੱਲੀ ਵਾਲੀ ਪਾਪਣ ਹੋਣ ਦਾ। ਪਰ ਉਹ ਸਾਰਾ ਦਾ ਸਾਰਾ ਜਿਹੜੀ ਪੇਂਡੂ ਰਹਿਤਲ ਜਿਹੜੀ ਹੈ ਨਾ, ਉਹ ਮੇਰੇ ਅੰਦਰ ਕਿਤੇ ਨਾ ਕਿਤੇ ਪਈ ਹੋਈ ਸੀ। ਹਾਲਾਂਕਿ ਮੈਂ ਦਿੱਲੀ ਦੀ ਪੜ੍ਹੀ ਲਿਖੀ, ਜੰਮਪਲ ਸਭ ਕੁਝ, ਪਰ ਇੱਕ ਗੰਗਾ ਜਮਨੀ ਤਹਿਜ਼ੀਬ ਨਾਲ ਵੀ ਮੈਂ ਪੂਰੀ ਤਰ੍ਹਾਂ ਜੁੜੀ ਹੋਈ ਹਾਂ। ਹਿੰਦੀ, ਉਰਦੂ, ਪੰਜਾਬੀ ਤਾਂ ਮੇਰੀ ਆਪਣੀ ਭਾਸ਼ਾ ਹੈ ਹੀ ਹੈ। ਤਾਂ ਜਿਹੜੀ ਮੇਰੀ ਲੇਖਣੀ ਹੈ ਉਹਦੇ ਵਿੱਚ ਵੀ ਇਸ ਸਾਰੀ ਭਾਸ਼ਾ ਦਾ ਬੜਾ ਝਲਕ ਪੈਂਦੀ ਜੀ, ਪ੍ਰਭਾਵ ਪੈਂਦਾ ਹੈ। ਖਾਸ ਤੌਰ ਤੇ ਮੇਰੀ ਪੋਇਟਰੀ ਦੇ ਉੱਤੇ ਇਹ ਇਲਜ਼ਾਮ ਲੱਗਦਾ ਹੁੰਦਾ ਹੈ ਅਕਸਰ ਕਿ ਮੇਰੀ ਪੋਇਟਰੀ ਦੇ ਵਿੱਚ ਨਾ ਹਿੰਦੀ ਦੇ ਲਫ਼ਜ਼ ਜਾਂ ਉਰਦੂ ਦੇ ਲਫ਼ਜ਼ ਕਾਫੀ ਆਉਂਦੇ ਨੇ। ਪਰ ਮੈਂ ਆਈ ਕਾਂਟ ਹੈਲਪ ਇਟ, ਕਿਉਂਕਿ ਇਹ ਮੇਰੇ ਅੰਦਰ ਮੇਰੀ ਭਾਸ਼ਾ ਦਾ ਜਿਹੜਾ ਪੂਰਾ ਦਾ ਪੂਰਾ ਸਟਰਕਚਰ ਹੈ, ਉਹਦੇ ਅੰਦਰ ਇਹ ਸਾਰੀ ਗੰਗਾ ਜਮਨੀ ਤਹਿਜ਼ੀਬ ਦੀ ਭਾਸ਼ਾ ਮੌਜੂਦ ਹੈ। ਮੇਰੀ ਸਾਰੀ ਪੜ੍ਹਾਈ ਦਿੱਲੀ ਤੋਂ ਹੋਈ, CBSE ਤੋਂ। ਫਿਰ ਮੈਂ ਮਿਰਾਂਡਾ ਹਾਊਸ ਦਿੱਲੀ ਯੂਨੀਵਰਸਿਟੀ ਦੇ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ। ਗੁਰੂ ਤੇਗ ਬਹਾਦਰ ਖਾਲਸਾ ਕਾਲਜ ਤੋਂ ਮੈਂ
ਪੋਸਟ ਗ੍ਰੈਜੂਏਸ਼ਨ ਕੀਤੀ, ਜਿੱਥੇ ਕਿ ਮੈਂ ਪੜ੍ਹਾਉਂਦੀ ਵੀ ਰਹੀ ਪੂਰੀ ਆਪਣੀ ਜ਼ਿੰਦਗੀ ਦੀ। ਮੈਂ ਕਮਾਈ ਅਧਿਆਪਨ ਉੱਥੇ, ਅਧਿਆਪਨ ਹਾਂਜੀ, ਕਮਾਈ ਮੇਰੀ ਜਿਹੜੀ ਵਿਚਾਰਾਂ ਦੀ, ਮੇਰੀ ਜਿਹੜੀ ਗਿਆਨ ਦੀ, ਜੋ ਮੈਨੂੰ ਜੋ ਵੀ ਹਾਸਲ ਹੋਇਆ ਦਿੱਲੀ ਯੂਨੀਵਰਸਿਟੀ ਤੋਂ ਹੋਇਆ। ਪਰ ਇਸ ਦੇ ਵਿਚਕਾਰ ਮੇਰੀ ਮਾਤਾ ਜੀ ਜਲਦੀ ਉਹਨਾਂ ਦੀ ਡੈਥ ਹੋ ਗਈ ਸੀ, ਤੇ ਉਹਨਾਂ ਦੇ ਅਕਾਲ ਚਲਾਣੇ ਤੋਂ ਬਾਅਦ ਇੱਕ ਅਫਸੁਰਦਾ ਦਿਲੀ ਜਿਹੜੀ ਦਿਲ ਦੇ ਅੰਦਰ ਵਸ ਗਈ, ਬੇਚੈਨੀ ਮੇਰੀ ਵੱਧ ਗਈ। ਤੇ ਮੈਂ ਜਿਵੇਂ ਮੈਨੂੰ ਲੱਗਾ ਕਿ ਮੈਂ ਕਿਤੇ ਹੋਰ ਜਾਣਾ। ਆਈ ਟੋਲਡ ਮਾਈ ਫਾਦਰ ਕਿ ਪਾਪਾ ਜੀ ਮੈਂ ਤਾਂ ਨਹੀਂ, ਮੇਰਾ ਜੀ ਨਹੀਂ ਲੱਗਦਾ ਘਰ ਹੁਣ। ਤਾਂ ਮਾਈ ਫਾਦਰ, ਮੈਂ ਹੈਰਾਨ ਹੁੰਨੀ ਆ ਕਿ ਇਸ ਤਰ੍ਹਾਂ ਦੇ ਬੈਕਗਰਾਉਂਡ ਵਾਲਾ ਬੰਦਾ ਵੀ ਕਿੰਨਾ ਮਾਡਰਨ ਹੋ ਸਕਦਾ ਕਿ ਆਪਣੀ ਧੀ ਨੂੰ, ਮੇਰੀ ਵੱਡੀ ਭੈਣ ਵੀ ਬਾਹਰ ਰਹਿ ਕੇ ਪੜ੍ਹੀ ਹੈ, ਤੇ ਹਾਂ, so he sent me, so I joined Punjab University. I did my MPhil there in Punjab University, Chandigarh. I stayed there for 2 years. ਤੇ meanwhile ਮੈਨੂੰ ਇੱਕ ਮੌਕਾ ਮਿਲਿਆ ਕਿ ਜ਼ਿੰਦਗੀ ਦਾ ਪਹਿਲਾ ਤਜਰਬਾ ਪੜ੍ਹਾਉਣ ਦਾ, ਜਿਹੜਾ ਜਿਹਨੂੰ ਆਪਾਂ ਕਹਿੰਦੇ ਆ ਨਾ ਕਿ ਸਾਡੀ ਜਿਹੜੀ ਮੈਂ ਪੜ੍ਹਾਉਣਾ ਜਿਹੜਾ ਸ਼ੁਰੂ ਕੀਤਾ, ਉਹ ਮੈਂ ਕੀਤਾ 1980 ਵਿੱਚ, ਡਿਊਰਿੰਗ ਮਾਈ ਐਮਫਿਲ ਓਨਲੀ। ਆਈ ਗॉट ਦਾ ਜੌਬ ਇਨ ਗੁਰਾਇਆ, ਜਲੰਧਰ ਡਿਸਟ੍ਰਿਕਟ ਦੇ ਇੱਕ ਛੋਟਾ ਜਿਹਾ ਗੁਰਾਇਆ ਸ਼ਹਿਰ, ਉਹਦੇ ਵਿੱਚ ਵੀ ਸੰਘ ਢੇਸੀਆਂ ਇਤਿਹਾਸਕ ਗੁਰਦੁਆਰਾ ਹੈ, ਉਹਦੇ ਵਿੱਚ ਕਾਲਜ ਦੇ ਵਿੱਚ, ਗਰਲਸ ਕਾਲਜ। ਤਾਂ ਲੱਕੀਲੀ ਉਹਨਾਂ ਨੇ MA ਸ਼ੁਰੂ ਕੀਤੀ, ਤੇ ਆਈ ਵਾਸ ਕਾਲਡ ਫॉर ਦ ਪੋਸਟ ਗ੍ਰੈਜੂਏਟ ਟੀਚਿੰਗ। ਮਤਲਬ ਮੇਰੇ ਵਾਸਤੇ ਇੱਕ ਸੁਪਨੇ ਵਰਗਾ ਸੀ। ਮੈਂ ਕਦੇ ਸੋਚਿਆ ਹੀ ਨਹੀਂ ਸੀ ਕਿ ਮੈਂ ਖੁਦ ਅਜੇ MA MPhil ਕੰਪਲੀਟ ਨਹੀਂ ਹੋਈ, ਪਰ ਫਿਰ ਵੀ ਮੈਂ ਪੜਾਉਣ ਦੇ ਬੱਚਿਆਂ ਨੂੰ, MA ਵਾਲੇ ਬੱਚੇ ਔਰ ਕਮਾਲ ਦੀ ਗੱਲ ਐ ਸੀ ਕਿ ਮੇਰੀਆਂ 2-3 ਸਟੂਡੈਂਟ ਸੀ ਮੇਰੇ ਤੋਂ ਉਮਰ ਵਿੱਚ ਵੱਡੀਆਂ ਸੀ। ਆਈ ਵਾਸ ਜਸਟ 23 years old when I got this opportunity। ਤਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਐਫੀਲੀਏਟਿਡ ਕਾਲਜ ਹੈ, ਬਾਬਾ ਸੰਘ ਢੇਸੀਆਂ, ਬਿਲਕੁਲ, ਬੜਾ ਖੂਬਸੂਰਤ। ਫਿਰ ਦੈਨ ਆਈ ਵਾਸ ਮੇਡ ਵਾਰਡਨ ਦੇਅਰ, ਨਿੱਕੀ ਜਿਹੀ ਕੁੜੀਆਂ ਦੇ ਨਾਲ ਵਿੱਚੇ ਉਹਨਾਂ ਨੇ ਮੈਨੂੰ ਵਾਰਡਨ, ਜਸਟ ਬਿਕੋਜ਼ ਕਿ ਜਿਹੜੀਆਂ ਪੰਜਾਬ ਦੀਆਂ ਕੁੜੀਆਂ ਸੀ ਉਹ ਹਰ ਵੀਕਐਂਡ ਤੇ ਚਲੀਆਂ ਜਾਂਦੀਆਂ ਸੀ, ਹੋਸਟਲ ਸੀਗਾ ਉੱਥੇ। ਤੇ ਮੈਂ ਫਿਰ ਦਿੱਲੀ ਵਾਲੀ ਹੋਣ ਕਰਕੇ ਮੈਨੂੰ ਉਹਨਾਂ ਨੇ ਵੀ ਜ਼ਿਆਦਾ ਨਹੀਂ, ਮੈਂ ਟਰੈਵਲ ਕਰਦੀ ਸੀ, ਤੇ ਫਿਰ ਮੈਂ ਵਾਰਡਨ ਬਣਾ ਦਿੱਤੀ। ਬਹੁਤ ਵਧੀਆ। ਸੋ ਤੁਸੀਂ ਜਿਹੜਾ ਆਪਣਾ ਅਧਿਆਪਨ ਤੱਕ ਪੁੱਜਣ ਤੱਕ ਜਿਹੜਾ ਸਫ਼ਰ ਹੈ ਜੀ, ਉਹ ਆਪਣੇ ਬਚਪਨ ਤੋਂ ਦੱਸ ਦਿੱਤਾ। ਔਰ ਮੈਂ ਆਪਣੇ ਦਰਸ਼ਕਾਂ ਨੂੰ ਇਹ ਦੱਸ ਦਿਆਂ ਕਿ ਇਹ ਜਿਹੜੇ ਤਜਰਬੇ ਹੁੰਦੇ ਨੇ ਜ਼ਿੰਦਗੀ ਦੇ, ਇਹ ਆਪਣੇ ਆਪ ਦੇ ਵਿੱਚ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਬੈਡਰੂਮ ਦੇ ਵਿੱਚ ਬਹਿ ਕੇ ਜਾਂ ਸੋਫਿਆਂ ਤੇ ਬਹਿ ਕੇ ਤੁਸੀਂ ਤਜਰਬੇ ਲੈ ਸਕਦੇ ਹੋ। ਤੁਹਾਨੂੰ ਜੇ ਤੁਸੀਂ ਅੱਜ ਪ੍ਰੋਗਰਾਮ ਵੇਖ ਵੀ ਰਹੇ ਹੋ, ਨੌਜਵਾਨ ਬੱਚੇ ਬੱਚੀਆਂ ਵੀ, ਤਾਂ ਤੁਹਾਨੂੰ ਇੱਕ ਕਦਮ ਆਪਣੇ ਘਰ ਤੋਂ ਬਾਹਰ ਪੁੱਟਣਾ ਪਏਗਾ। ਤੁਸੀਂ ਬਾਹਰ ਜਾ ਕੇ ਜਦੋਂ ਇੰਟਰੈਕਟ ਕਰਦੇ ਹੋ ਦੁਨੀਆ ਨਾਲ, ਤਦ ਜਾ ਕੇ ਤੁਹਾਡਾ ਤਜਰਬਾ ਜਿਹੜਾ ਜੀ ਉਹ ਕਾਊਂਟ ਹੁੰਦਾ। ਸੋ ਅਸੀਂ ਕੁਲਦੀਪ ਕੌਰ ਜੀ ਤੁਹਾਡੇ ਨਾਲ ਜਿਹੜੀ ਹੈ ਗੱਲਬਾਤ ਨੂੰ ਇਸੇ ਤਰ੍ਹਾਂ ਜਾਰੀ ਰੱਖਾਂਗੇ, ਔਰ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਔਰ ਬ੍ਰੇਕ ਤੋਂ ਬਾਅਦ ਅਸੀਂ ਵਾਪਸ ਆਵਾਂਗੇ ਕਿ ਤੁਹਾਡੀਆਂ ਜਿਹੜੀਆਂ ਕਿਤਾਬਾਂ ਦੀ ਗੱਲ, ਤੁਹਾਡੀ ਲਿਖਣ ਦੀ ਤੁਹਾਨੂੰ ਜਿਹੜੀ ਚੇਟਕ ਕਿੱਥੋਂ ਲੱਗਦੀ ਹੈ, ਅਤੇ ਫਿਰ ਜਿਹੜਾ ਤੁਹਾਡੀ ਵਿਧੀ ਹੈ, ਜਿਹੜੀ ਵਿਧਾ ਦੇ ਵਿੱਚ ਤੁਸੀਂ ਲਿਖਦੇ ਹੋ ਔਰ ਕਿਸ ਵਿਸ਼ੇ ਦੇ ਉੱਤੇ ਲਿਖਦੇ ਹੋ, ਮੈਂ ਸਮਝਦਾ ਦਰਸ਼ਕਾਂ ਲਈ ਉਹ ਬੜੀ ਰੌਚਕ ਹੋਏਗੀ। ਔਰ ਤੁਸੀਂ ਇਸ ਪ੍ਰੋਗਰਾਮ ਨੂੰ ਇਸੇ ਤਰ੍ਹਾਂ ਵੇਖਦੇ ਰਹੋ, ਔਰ ਅਸੀਂ ਵਾਪਸ ਆਉਂਦੇ ਇੱਕ ਛੋਟੀ ਜੀ, ਬਸ ਹੁਣੇ ਗਏ ਤੇ ਹੁਣੇ ਆਏ ਵਾਲੀ ਬ੍ਰੇਕ ਤੋਂ ਬਾਅਦ। ਥੈਂਕ ਯੂ। ਹੈਲੋ ਕੈਨੇਡਾ ਟੀਵੀ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫਿਰ ਤੁਹਾਡਾ ਨਿੱਘਾ ਸਵਾਗਤ। ਅੱਜ ਅਸੀਂ ਗੱਲਬਾਤ ਜਿਸ ਖਾਸ ਸ਼ਖਸੀਅਤ ਦੇ ਨਾਲ ਕਰ ਰਹੇ ਹਾਂ, ਉਹਨਾਂ ਦਾ ਜਿੱਥੇ ਅਧਿਆਪਨ ਦਾ ਬਹੁਤ ਲੰਮਾ ਤਜਰਬਾ ਹੈ, ਉੱਥੇ ਅਧਿਆਪਨ ਦੇ ਨਾਲ ਨਾਲ ਗੁਰਬਾਣੀ ਔਰ ਸਿੱਖ ਸਿਧਾਂਤਾਂ ਔਰ ਸਿੱਖੀ ਦੇ ਨਾਲ ਜਿਹੜਾ ਉਹਨਾਂ ਦਾ ਅਧਿਐਨ ਹੈ, ਉਹ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਹੈ। ਸੋ ਮੇਰੇ ਨਾਲ ਕੁਲਦੀਪ ਕੌਰ ਜੀ ਹਨ, ਸੋ ਉਹਨਾਂ ਦਾ ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ। ਆਇਆਂ ਨੂੰ ਬਹੁਤ ਸ਼ੁਕਰੀਆ ਜੀ। ਤੁਸੀਂ ਦੱਸ ਰਹੇ ਸੀ ਤੁਹਾਡੇ ਤਜਰਬੇ ਦੀ ਗੱਲ, ਤੁਹਾਡੇ ਪਿਛੋਕੜ ਦੀ ਗੱਲ ਹੋ ਰਹੀ ਸੀ, ਤੇ ਹੁਣ ਮੈਂ ਚਾਹਾਂਗਾ ਤੁਸੀਂ ਆਪਣਾ ਜਿਹੜਾ ਤੁਹਾਡਾ ਲਿਖਣ ਵੱਲ ਔਰ ਜਿਹੜਾ ਤੁਹਾਡਾ ਆਲੋਚਨਾਤਮਕ ਜਿਹੜਾ ਨਜ਼ਰੀਏ ਤੋਂ, ਔਰ ਇਸ ਦੇ ਨਾਲ ਨਾਲ ਫਿਰ ਗੁਰਬਾਣੀ ਜਾਂ ਸਿੱਖੀ ਜਾਂ ਉਸ ਅਧਿਐਨ ਦੀ ਗੱਲ। ਜੀ ਨਾਗਰਾ ਸਾਹਿਬ, ਮੇਰਾ ਜਿਹੜਾ ਲੇਖਨ ਹੈ ਨਾ ਜੀ, ਉਹ ਵੀ ਮੇਰੇ ਅਧਿਆਪਨ ਨਾਲ ਜੁੜਿਆ। ਬਹੁਤ ਅੱਛਾ। ਮੇਰਾ ਜਿਹੜਾ ਅਧਿਆਪਨ, ਕਿਉਂਕਿ ਤੁਹਾਨੂੰ ਦੱਸਿਆ ਨਹੀਂ ਕਿ 1980 ਵਿੱਚ ਮੈਂ ਅਧਿਆਪਨ ਸ਼ੁਰੂ ਕੀਤਾ, ਫਿਰ ਉਸ ਤੋਂ ਬਾਅਦ ਫॉर 10 years continuously I was kept nowhere। ਉਹਦਾ ਮੈਂ ਰੀਜ਼ਨ ਨਹੀਂ ਦੱਸਾਂਗੀ, ਚਲੋ ਹਾਂ ਨਹੀਂ ਦੱਸਾਂਗੀ। ਲੇਕਿਨ ਉਸ ਤੋਂ ਬਾਅਦ ਫਿਰ ਮੈਂ 1993 ਤੋਂ ਦਿੱਲੀ ਯੂਨੀਵਰਸਿਟੀ ਟੀਚਿੰਗ ਸ਼ੁਰੂ ਕੀਤੀ। ਮਿਰਾਂਡਾ ਹਾਊਸ ਤੋਂ 2 ਸਾਲ ਪੜ੍ਹਾਇਆ। ਦੈਨ ਆਈ ਅਗੇਨ ਕੇਮ ਬੈਕ ਟੂ ਮਾਈ ਓਨ ਕਾਲਜ, ਖਾਲਸਾ ਕਾਲਜ, ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ। ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਮੇਰੇ ਉੱਪਰ ਬੜੀ ਮਿਹਰ ਹੈ, ਤੇ ਹਮੇਸ਼ਾ ਹੀ ਉਹ ਮੇਰਾ ਹੱਥ ਫੜ ਕੇ ਵਾਪਸ ਆਪਣੇ ਕਾਲਜ ਲਿਆਏ ਸੀ। ਤੇ ਇੱਥੇ ਮੈਂ
24 ਸਾਲ ਮੇਰੀ ਬਹੁਤ ਇੱਥੇ ਟੀਚਿੰਗ ਤੋਂ ਬਾਅਦ ਇਸ ਕਾਲਜ ਵਿੱਚ ਮੈਂ ਹੁਣ 31 ਦਸੰਬਰ 2022 ਚ ਰਿਟਾਇਰ ਹੋਈ ਹਾਂ ਬਹੁਤ ਐਜ਼ ਪ੍ਰੋਫੈਸਰ ਮੈਂ ਜੀ ਰਿਟਾਇਰ ਹੋਈ ਹਾਂ। ਇਹ ਵੀ ਉਹਨਾਂ ਦੀ ਬਖਸ਼ਿਸ਼ ਹੈ ਗੁਰੂ ਸਾਹਿਬ ਜੀ ਦੀ। ਜੀ ਤੇ ਇਸ ਦੌਰਾਨ ਜਿੰਨਾ ਵੀ ਮੇਰਾ ਲੇਖਨ ਕਾਰਜ ਹੋਇਆ ਉਹ ਸਾਰਾ ਮੇਰਾ ਲਿਟਰੇਰੀ ਕ੍ਰਿਟਿਸਿਜ਼ਮ ਦੇ ਉੱਤੇ ਬੇਸਡ ਸੀ। ਜੋ ਠੀਕ ਮੈਂ ਹੈ। ਪੜ੍ਹਾਉਂਦੀ ਸੀ, ਜੋ ਮੈਂ ਕਾਨਫਰੰਸਿਸ ਜਾਂ ਸੈਮੀਨਾਰਸ ਵਿੱਚ ਜੋ ਮੈਂ ਪੇਪਰ ਰਿਸਰਚ ਪੇਪਰਸ ਪ੍ਰੈਜ਼ੈਂਟ ਕਰਦੀ ਸੀ, ਉਹ ਸਾਰੇ ਮੇਰੇ ਉਹਨਾਂ ਪੁਸਤਕਾਂ ਦੇ ਵਿੱਚ ਉਹ ਸਾਰਾ ਮੇਰਾ ਜੋ ਮੇਰਾ ਅੱਛਾ। ਤਜਰਬਾ ਹੈ ਜੀ ਲਿਟਰੇਚਰ ਦੇ ਬਾਰੇ ਉਹ ਜੀ ਮੈਂ ਜੀ ਉਹਦੇ ਉਹਨਾਂ ਕਿਤਾਬਾਂ ਦੇ ਵਿੱਚ ਦਰਜ ਹੈ। ਜੀ ਤੇ ਮੇਰੀ PhD ਹੋਈ ਸੀ 1995 ਵਿੱਚ, ਜੀ ਮੇਰੀ ਡਾਕਟਰੇਟ ਦੀ ਡਿਗਰੀ। ਜੀ ਫਿਰ 2018 ਵਿੱਚ ਮੈਂ ਪੋਸਟ ਡਾਕਟਰੇਟ ਵਾਹ ਵਾਸਤੇ ਪਰਸਿਊ ਕੀਤਾ। ਵੈਰੀ ਗੁੱਡ ਤੇ ਉਸ ਦੌਰਾਨ ਜਿਹੜੀ ਮੇਰੀ ਪੁਸਤਕ ਹੈ, ਪਹਿਲੀ ਜਿਹੜੀ ਮੇਰੀ PhD ਦਾ ਕੰਮ ਸੀ ਉਹ ਆਈਡੀਓਲੋਜੀ ਦੇ ਉੱਤੇ ਸੀ। ਆਪਣੇ ਇੱਕ ਬਹੁਤ ਨਾਯਾਬ ਕਵੀ ਨੇ ਪੰਜਾਬੀ ਦੇ ਜਗਤਾਰ, ਤੇ ਜੀ ਜਗਤਾਰ ਦੀ ਗਜ਼ਲ। ਕਵਿਤਾ ਦੇ ਉੱਤੇ ਮੈਂ ਕਵਿਤਾ ਵਿਚਾਰਧਾਰਕ ਪਰਿਪੇਖ ਦੀ ਗੱਲ ਕੀਤੀ ਸੀ। ਬਹੁਤ ਅੱਛੇ ਤੇ ਉਸ ਤੋਂ ਬਾਅਦ ਫਿਰ ਜਿਹੜਾ ਮੇਰਾ ਨਵਾਂ ਕੰਮ ਆਇਆ, ਜੀ ਉਹ ਕੰਮ ਆਇਆ ਮੇਰਾ, ਪਤਾ ਨਹੀਂ ਗੁਰੂ ਸਾਹਿਬ ਦੀ ਰਹਿਮਤ ਹੈ ਜਾਂ ਕੋਈ ਚੀਜ਼ਾਂ ਨਾ ਮੈਂ ਇਹ ਸਮਝਨੀ ਆ ਕਿ ਬੜਾ ਕੁਛ ਹੁੰਦਾ ਹੈ ਜਿਹੜਾ ਅਨ ਮਤਲਬ ਮਤਲਬ ਪਲਾਨ ਨਹੀਂ ਹੁੰਦਾ ਅਨਪਲੈਨਡ ਹੁੰਦਾ ਹੈ ਕਿ ਜਿਹਨੂੰ ਆਪਾਂ ਕੁਝ ਦੱਸ ਨਹੀਂ ਸਕਦੇ ਕਿਸੇ ਨੂੰ, ਜੀ ਕੁਝ ਬੋਲ ਨਹੀਂ ਸਕਦੇ, ਅਨਐਕਸਪਲੇਨ ਨਹੀਂ ਕਰ ਸਕਦੇ। ਅਨਐਕਸਪਲੇਨਡ। ਹਾਂਜੀ, ਉਹ ਹੋਇਆ ਕਿ ਮੈਂ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜੀ, ਜਿਵੇਂ ਜੀ। ਜਿਵੇਂ ਗੁਰੂ ਸਾਹਿਬ ਨਾਲ ਜੁੜੀ ਉਵੇਂ ਉਵੇਂ ਸਮਝ ਵੀ ਆਉਂਦੀ ਗਈ। ਫਿਰ ਜਿਹੜਾ ਸਾਡਾ ਆਲਾ ਦੁਆਲਾ ਗਲੋਬਲ ਚੈਲੰਜਸ ਨੇ, ਇਹ 1995 ਤੋਂ ਬਾਅਦ ਦੀ ਗੱਲ ਚੱਲ ਰਹੀ ਹੈ। ਨਹੀਂ 2018 ਤੋਂ 2018 ਪਹਿਲਾਂ, ਓਕੇ 2014 ਤੋਂ ਬਾਅਦ ਦੀ ਗੱਲ ਚੱਲ ਰਹੀ ਠੀਕ ਹੈ। ਹੈ ਜੀ ਤੇ ਉਹ ਜਿਹੜੇ ਗਲੋਬਲ ਚੈਲੰਜਸ ਨੇ ਜਾਂ ਸਾਡੇ ਜਿਹੜੇ ਲੋਕਲ ਜਾਂ ਸੋਸ਼ਲ ਜਾਂ ਦੂਸਰੇ ਜਿੰਨੇ ਵੀ ਸਾਡੇ ਕਲਚਰਲ ਚੈਲੰਜਸ ਨੇ, ਉਹਨਾਂ ਦੇ ਨਾਲ ਜੁੜ ਕੇ ਜਦੋਂ ਮੈਂ ਦੇਖਿਆ ਕਿ ਹਰ ਚੀਜ਼ ਦਾ ਹੱਲ ਸੋਲੂਸ਼ਨ ਗੁਰੂ ਸਾਹਿਬ ਦੇ ਕੋਲ ਮੌਜੂਦ ਹੈ, ਤਾਂ ਫਿਰ ਮੈਂ ਜਦੋਂ ਗੱਲ ਕੀਤੀ, ਉਹ ਟੌਪਿਕ ਚੁਣਿਆ, ਉਹ ਸੀਗਾ ਸਾਇੰਸ ਐਂਡ ਸਪਿਰਿਚੁਅਲਿਟੀ ਓਕੇ ਐਂਡ ਇਨ ਕੰਟੈਕਸਟ ਟੂ ਇਨ ਕੰਟੈਕਸਟ ਟੂ ਗੁਰੂ ਗ੍ਰੰਥ ਸਾਹਿਬ। ਬਹੁਤ ਮੈਂ ਇੱਕ ਵਧੀਆ। ਕਿਤਾਬ ਪੜ੍ਹੀ ਸੀ ਉਹਦੀ, ਫ੍ਰਿਜ ਆਫ ਕਾਪਰਾ ਦੀ, ਓਕੇ ਤੇ ਉਸ ਕਿਤਾਬ ਤੋਂ ਮੈਂ ਇੰਨੀ ਪ੍ਰਭਾਵਿਤ ਹੋਈ। ਉਹਨੇ ਗੱਲ ਕੀਤੀ ਸੀ ਤਾਓ ਆਫ ਫਿਜ਼ਿਕਸ ਦੀ। ਉਹਨੇ ਗੱਲ ਕੀਤੀ ਸੀ ਕਿ ਹਿੰਦੂਇਜ਼ਮ, ਜੈਨਿਜ਼ਮ, ਜ਼ੈਨਿਜ਼ਮ, ਬੌਧਿਜ਼ਮ ਔਰ ਇਹ ਸਾਰੇ ਇਜ਼ਮਸ ਦਾ ਸਪਿਰਿਚੁਅਲਿਟੀ ਦੇ ਨਾਲ ਗਹਿਰਾ ਸੰਬੰਧ ਹੈ, ਤੇ ਨਾਲ ਹੀ ਉਹ ਸਾਇੰਸ ਦੇ ਨਾਲ ਵੀ ਹੈ। ਤੇ ਮੈਨੂੰ ਲੱਗਾ ਕਿ ਇਹ ਸਾਰੀਆਂ ਗੱਲਾਂ ਜਦੋਂ ਮੈਂ ਆਪਣੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਤਲਾਸ਼ਦੀ ਹਾਂ ਜਾਂ ਮੈਨੂੰ ਪਤਾ ਲੱਗਦੀਆਂ ਨੇ, ਤੇ ਉਹ ਗੱਲਾਂ ਉਹਦੇ ਨਾਲ ਜੁੜ ਜਾਂਦੀਆਂ ਨੇ। ਬਹੁਤ ਅੱਛੇ। ਤੇ ਖਾਸ ਤੌਰ ਤੇ ਫਿਜ਼ਿਕਸ ਜਿਹੜਾ ਹੈ, ਉਹ ਸਾਇੰਸ, ਦੇਖੋ ਨਾਗਰਾ ਸਾਹਿਬ, ਸਾਇੰਸ ਨੇ ਦੁਨੀਆ ਦੇ ਸੱਚ ਦੀ ਖੋਜ ਕਰਕੇ ਜੀ ਸਾਨੂੰ ਦੱਸਣਾ ਹੈ। ਬਿਲਕੁਲ। ਪਰ ਜਿਹੜੀ ਕੋਸਮੋਲੋਜੀ ਹੈ, ਕੋਸਮੋਲੋਜੀ ਇੱਕ ਨਵਾਂ ਫਿਜ਼ਿਕਸ ਦਾ ਇੱਕ ਹੈਗਾ ਲਾਈਨ ਹੈ, ਖੇਤਰ ਹੈ, ਥੈਂਕ ਯੂ, ਫੀਲਡ ਹੈ, ਕਿ ਉਹਦੇ ਵਿੱਚ ਸਪਿਰਿਚੁਅਲਿਟੀ ਤੇ ਸਾਇੰਸ ਦਾ ਹਾਂਜੀ, ਉਹਦਾ ਫਿਊਜ਼ਨ ਦੀ ਗੱਲ ਕਰਕੇ ਉਹਦੇ ਚੋਂ ਸੱਚ ਦੀ ਖੋਜ ਕੀਤੀ ਜਾਂਦੀ। ਸੋ ਸੱਚ ਜਿਹੜਾ ਹੈ ਉਹ ਨਹੀਂ ਹੈ ਜੋ ਸਾਇੰਸ ਦੱਸ ਰਹੀ ਹੈ, ਕਿਉਂਕਿ ਸਾਇੰਸ ਜਿਹੜਾ ਸੱਚ ਦੱਸ ਰਹੀ ਹੈ ਉਹ ਹਰ ਸਾਲ 6 ਮਹੀਨੇ 2 ਮਹੀਨੇ ਬਾਅਦ ਉਹ ਚੇਂਜ ਹੁੰਦਾ ਹੈ, ਜਿਵੇਂ ਜਿਵੇਂ ਖੋਜਾਂ ਹੋ ਰਹੀਆਂ ਨੇ, ਉਹ ਨਵੀਂ ਤੋਂ ਨਵੀਂ ਜਿਹੜੀ ਹੈ ਖੋਜ। ਲੇਕਿਨ ਜਿਹੜਾ ਸੱਚ ਹੈ, ਓੜਕ ਸੱਚ ਰਹੀ, ਉਹ ਜਿਹੜਾ ਉਹ ਸੱਚ ਹੈ ਜਿਹੜਾ ਗੁਰੂ ਨਾਨਕ ਨੇ ਸੱਚ ਕਿਹਾ ਹੈ ਕਿ ਆਦ ਸੱਚ, ਇਟਰਨਲ ਟਰੂਥ। ਤਾਂ ਉਹ ਜਿਹੜਾ ਹੈ ਉਹਦਾ ਸੰਬੰਧ ਉਸ ਕੋਸਮੋਲੋਜੀਕਲ ਸਾਰੇ ਸਫੀਅਰ ਦੇ ਨਾਲ ਹੈ ਕਿ ਜਿਹੜਾ ਅਨਆਂਸਰੇਬਲ ਹੈ, ਮਤਲਬ ਅਨਟੋਲਡ ਹੈ, ਜਿਹਨੂੰ ਗੁਰੂ ਸਾਹਿਬ ਕਹਿੰਦੇ ਨਾ, ਜਿਉਂ ਗੂੰਗੇ ਮਠਿਆਈ, ਜਿਹੜਾ ਗੂੰਗਾ ਮਠਿਆਈ ਖਾਂਦਾ ਉਹ ਦੱਸ ਨਹੀਂ ਸਕਦਾ। ਸੋ ਇਦਾਂ ਹੈ। ਸੋ ਇਹ ਚੀਜ਼ਾਂ ਜਿਹੜੀਆਂ ਨੇ ਨਾ, ਇਹਨਾਂ ਦੇ ਨਾਲ ਜੁੜ ਕੇ, ਬਾਕੀ ਸਾਇੰਸ ਦਾ ਵੀ ਫਿਰ ਉਸ ਪੁਸਤਕ ਦੇ ਵਿੱਚ ਮੇਰੀ ਕਿਤਾਬ ਜਿਹੜੀ ਆਈ ਹੈ ਗੁਰੂ ਗ੍ਰੰਥ ਸਾਹਿਬ ਦੇ ਬ੍ਰਹਮੰਡੀ ਪਰਿਪੇਖ ਦੀ, ਉਹਦੇ ਵਿੱਚ ਵੀ ਦੱਸ ਦਿਓ ਸਾਡੇ ਦਰਸ਼ਕਾਂ ਲਈ। ਹਾਂਜੀ ਪਲੀਜ਼। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਬ੍ਰਹਮੰਡੀ ਪਰਿਪੇਖ, ਤੇ ਉਹਦੇ ਵਿੱਚ ਫਿਰ ਮੈਂ ਸਾਇੰਸ ਦੀ, ਫਿਜ਼ਿਕਸ ਦੀ ਗੱਲ ਕੀਤੀ ਹੈ। ਉਹਦੇ ਵਿੱਚ ਮੈਂ ਭੌਤਿਕ ਤੋਂ ਪਰਾਭੌਤਿਕ, ਫਰੋਮ ਫਿਜ਼ਿਕਸ ਟੂ ਮੈਟਾਫਿਜ਼ਿਕਸ ਇਟ ਵਾਸ, ਤੇ ਬੇਸਡ ਔਨ ਹੁਕਮ, ਕਿ ਉਹ ਸਾਰਾ ਕੁਝ ਉਹਦੇ ਹੁਕਮ ਜਿਹੜਾ ਕਿ ਸਿੱਖੀ ਦਾ ਜਿਹੜਾ ਮੇਨ ਧੁਰਾ ਹੈ, ਮੇਨ ਮੀਨਿੰਗ ਜਿਹਦੇ ਚੋਂ ਨਿਕਲਦਾ ਹੈ। ਤੁਸੀਂ ਇਹ ਬੜੀ ਅੱਛੀ ਗੱਲ ਦੱਸੀ ਹੈ ਕਿ ਅੱਜ ਦੇ ਸਮੇਂ ਦੇ ਮੁਤਾਬਕ, ਔਰ ਖਾਸ ਤੌਰ ਤੇ ਸਿੱਖੀਜ਼ਮ ਨੂੰ ਜੇ ਆਪਾਂ ਧਰਮ ਦੀ ਗੱਲ ਕਰ ਲਈਏ, ਇਹਨੂੰ ਪ੍ਰੈਕਟੀਕਲ ਰਿਲੀਜਨ ਜਿਹੜਾ ਮੰਨਿਆ ਜਾਂਦਾ, ਔਰ ਪ੍ਰੈਕਟੀਕਲ ਜਿਹੜਾ ਹੈ ਜੀ ਉਹ
ਉਹਦਾ ਜਿਹੜਾ ਆਧਾਰ ਹੈ ਜੀ, ਜਾਂ ਉਹਦਾ ਜਿਹੜਾ ਉਹ ਸਾਇੰਸ ਦੇ ਉੱਤੇ ਬੇਸਡ ਹੁੰਦਾ ਹੈ। ਜੇ ਸਾਇੰਸ ਹੈ ਤਾਂ ਪ੍ਰੈਕਟੀਕਲ ਹੋਏਗਾ, ਅਦਰਵਾਈਜ਼ ਤੇ ਗੱਲਾਂ ਹੀ ਨੇ। ਸੋ ਮੈਂ ਆਪਣੇ ਦਰਸ਼ਕਾਂ ਦੀ ਜਾਣਕਾਰੀ ਲਈ ਔਰ ਖਾਸ ਤੌਰ ਦੇ ਉੱਤੇ ਜਿਹੜੇ ਸਾਡਾ ਹੁੰਦਾ ਹੈ ਕਿ ਅਸੀਂ ਨੌਜਵਾਨਾਂ ਲਈ, ਜਾਂ ਜਿਹੜੇ ਬੰਦੇ ਜਾਂ ਜਿਹੜੇ ਬੱਚੇ ਬੱਚੀਆਂ ਇਸ ਵਕਤ ਜਿਹੜੇ ਪੜ੍ਹ ਰਹੇ ਨੇ ਆਪਣੇ ਵੱਖ-ਵੱਖ ਖੇਤਰਾਂ ਦੇ ਵਿੱਚ, ਉਹਨਾਂ ਦੀ ਜਾਣਕਾਰੀ ਲਈ ਮੈਂ ਚਾਹਾਂਗਾ ਤੁਹਾਡੇ ਕੋਲੋਂ ਇਹ ਜਾਣਨਾ ਕਿ ਜਦੋਂ ਤੁਸੀਂ ਇਹ ਸਾਰਾ ਰਿਸਰਚ ਵਰਕ ਕਰ ਰਹੇ ਸੀ, ਤਾਂ ਕੀ ਤੁਹਾਨੂੰ ਕਿਤੇ ਇਹ ਲੱਗਾ ਕਿ ਜਿਹੜੀਆਂ ਕਹਾਣੀਆਂ, ਮਨਘੜੰਤ ਟਾਈਪ ਜਿਹੜਾ ਹੁੰਦਾ ਹੈ ਜੀ, ਜਿਹਨੂੰ ਆਪਾਂ ਮਿਥ ਵੀ ਕਹਿ ਦਿੰਦੇ ਆ, ਕੀ ਉਹਨੇ ਕਿਤੇ ਕੋਈ ਚੀਜ਼ ਨੂੰ ਗੰਧਲਾ ਕੀਤਾ ਹੋਇਆ ਤੁਸੀਂ, ਕਿਉਂਕਿ ਲੰਘ ਕੇ ਆਏ ਹੋ ਉਸ ਰਸਤੇ ਤੋਂ, ਤੇ ਜੇ ਕੀਤਾ ਤਾਂ ਉਹਦਾ ਸੁਧਾਰ ਜਾਂ ਸਫਾਈ ਕਿੱਦਾਂ, ਤੇ ਆਉਣ ਵਾਲੇ ਬੱਚੇ ਜਿਹੜੇ ਹਨ ਜੀ ਉਹਨਾਂ ਲਈ ਤੁਸੀਂ ਕੀ ਦੱਸਣਾ ਜੀ ਚਾਹੋਗੇ? ਮੈਂ ਗੰਧਲਾ ਸ਼ਬਦ ਦੇ ਨਾਲ ਨਹੀਂ ਸਹਿਮਤ ਮੁਤਮਈਨ ਨਹੀਂ। ਹੈਗੀ, ਹਾਂਜੀ। ਕਿਉਂਕਿ ਜਿਹੜਾ ਮਿੱਥ ਹੈ ਨਾ, ਜਿਹੜਾ ਕਲਪਨਾਸ਼ੀਲਤਾ ਹੈ, ਉਹ ਹਰ ਧਰਮ ਦੀ ਬੁਨਿਆਦ ਹੈ। ਧਰਮ ਦੇ ਪ੍ਰਸਾਰਣ ਦਾ ਜਿਹੜਾ ਫਰਕ। ਮੇਨ ਟੂਲ ਹੈ ਨਾ, ਉਹ ਜੀ। ਕਲਪਨਾਸ਼ੀਲਤਾ ਹੈ। ਉਹ ਜਦੋਂ ਅਸੀਂ ਜੋੜ ਦਿੰਦੇ ਹਾਂ, ਜਿਵੇਂ ਸਾਡੇ ਕੋਲ ਪੂਰਾ ਦਾ ਪੂਰਾ ਇੱਕ ਜਨਮ ਸਾਖੀ ਸਾਹਿਤ ਮੌਜੂਦ ਹੈ ਸਾਹਿਤ ਦੇ ਜੀ ਤੌਰ ਤੇ ਜੀ, ਸਾਹਿਤ ਤੌਰ ਤੇ ਸਾਡੇ ਕੋਲ ਬਹੁਤ ਚੰਗੇ ਤਰੀਕੇ ਦੇ ਨਾਲ ਉਹਨਾਂ ਜਨਮ ਸਾਖੀਆਂ ਦੀ, ਪਰ ਉਹ ਸਾਰਾ ਦਾ ਸਾਰਾ ਮਾਈਥੋਲੋਜੀਕਲ ਐਸਪੈਕਟ ਜਿਹੜਾ ਹੈ, ਉਹਨੂੰ ਆਪਾਂ ਧਰਮ ਦੇ ਵਿੱਚੋਂ ਇਗਨੋਰ ਨਹੀਂ ਕਰ ਸਕਦੇ, ਡਿਲੀਟ ਨਹੀਂ ਕਰ ਸਕਦੇ, ਕਿਉਂਕਿ ਉਹਦੇ ਨਾਲ ਸਾਡੇ ਅੰਦਰ ਆਸਥਾ ਮੂਲਕ ਜਿਹੜਾ ਭਾਵ ਹੈ ਉਹ ਜੁੜਦੇ ਉਹਦੇ ਨਾਲ। ਜਦੋਂ ਤੱਕ ਅਸੀਂ ਆਸਥਾ ਦੇ ਨਾਲ ਨਹੀਂ ਜੁੜਦੇ, ਉਦੋਂ ਤੱਕ ਗੱਲ ਮੈਂ ਉਹੀਓ ਕਰ ਰਹੀ ਹਾਂ ਨਾ ਕਿ ਸਾਇੰਸ ਆਪਣੇ ਆਪ ਵਿੱਚ ਬਹੁਤ ਬਹੁਤ ਵੱਡੀ ਚੀਜ਼ ਹੈ, ਔਰ ਸੱਚ ਦੀ ਖੋਜ ਦਾ ਸਭ ਤੋਂ ਵੱਡਾ ਮੇਨ ਉਹਦਾ ਜਿਹੜਾ ਦਾਰੋਮਦਾਰੀ ਸਾਇੰਸ ਦੇ ਉੱਤੇ ਹੈ, ਜਿਵੇਂ ਤੁਸੀਂ ਵੀ ਉਹਨੇ ਕਿਹਾ। ਪਰ ਕੁਝ ਚੀਜ਼ਾਂ ਐਸੀਆਂ ਨੇ, ਜਿਹੜੀ ਸਪਿਰਿਚੁਅਲਿਟੀ ਹੈ, ਜਿਹੜਾ ਅਧਿਆਤਮ ਹੈ, ਜਿਹੜਾ ਮਿਸਟਿਸਿਜ਼ਮ ਹੈ, ਉਹ ਆਸਥਾ ਦੇ ਨਾਲ ਜੁੜ ਕੇ ਆਉਂਦਾ ਹੈ। ਸੋ ਇਸ ਕਰਕੇ ਅਸੀਂ ਉਹਨਾਂ ਨੂੰ ਇਗਨੋਰ ਨਹੀਂ ਕਰ ਸਕਦੇ। ਅਸੀਂ ਉਹਨਾਂ ਨੂੰ ਸਿਰਫ ਇਹ ਨਹੀਂ ਕਹਿ ਸਕਦੇ ਕਿ ਕਥਾ ਕਹਾਣੀਆਂ ਨੇ, ਤੇ ਇਸ ਕਰਕੇ ਮੈਂ ਆਪਣੇ ਦਰਸ਼ਕਾਂ ਨੂੰ ਦੱਸਦਾ ਕਿ ਇਹ ਤਾਂ ਹੋ ਗਈ ਥੋੜੀ ਜਿਹੀ ਸਪਿਰਿਚੁਅਲਿਟੀ ਦੀ ਗੱਲ ਔਰ ਅਧਿਆਤਮ ਦੇ ਨਾਲ ਸੰਬੰਧਿਤ ਇਹਨਾਂ ਦੇ ਰਿਸਰਚ ਦੀ ਗੱਲ। ਔਰ ਮੈਂ ਹੁਣ ਤੁਹਾਡੇ ਕੋਲੋਂ ਅਖੀਰ ਦੇ ਵਿੱਚ ਜਿਹੜੀ ਤੁਹਾਡੀ, ਕਿਉਂਕਿ ਸਾਹਿਤ ਦੀ ਜਿਹੜੀ ਇੱਕ ਵੰਨਗੀ ਹੈ ਤੁਹਾਡੀ, ਔਰ ਮੈਂ ਚਾਹਾਂਗਾ ਕਿ ਤੁਸੀਂ ਕਵਿਤਾ ਬੜੀ ਅੱਛੀ ਜਿਹੜੀ ਹੈ ਜੀ ਲਿਖਦੇ ਕਹਿੰਦੇ ਹੋ, ਸੋ ਸਾਡੇ ਦਰਸ਼ਕਾਂ ਨੂੰ ਉਸ ਪਾਸੇ ਵੀ ਥੋੜਾ ਜਿਹਾ ਲੈ ਕੇ ਜਾਓ। ਸੋ ਮੈਂ ਆਪਣੇ ਦਰਸ਼ਕਾਂ ਨੂੰ ਦੱਸਦਾ ਕਿ ਕੁਲਦੀਪ ਕੌਰ ਜੀ ਹੋਰੀ ਜਿਹੜੇ ਹਨ ਜੀ, ਇਹਨਾਂ ਦਾ ਜਿੱਥੇ ਜਿਹੜਾ ਗਿਆਨ ਦੀ ਜਿਹੜੀਆਂ ਹੁਣ ਵੱਖਰੇ ਗਿਆਨ ਦੀਆਂ ਗੱਲਾਂ ਕੀਤੀਆਂ, ਉੱਥੇ ਸਾਹਿਤ ਦੇ ਖੇਤਰ ਦੇ ਨਾਲ ਕਵਿਤਾ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਜਿਹੜਾ ਹੈ ਜੀ ਉਹ ਯੋਗਦਾਨ ਹੈ। ਔਰ ਆਪਾਂ ਇੱਕ ਇਹਨਾਂ ਦੀ ਕਵਿਤਾ ਜਾਂਦੇ ਜਾਂਦੇ ਜ਼ਰੂਰ ਉਹਦੇ ਕੁਝ ਜਿਹੜੇ ਹਨ ਜੀ ਵੰਨਗੀ ਉਹ ਵੀ ਇਹਨਾਂ ਦੇ ਮੁਖਾਰਬਿੰਦ ਤੋਂ ਸੁਣਦੇ ਹਾਂ। ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਮੈਂ, ਕਿਉਂਕਿ ਗੰਗਾ ਜਮਨੀ ਤਹਿਜ਼ੀਬ ਦੇ ਨਾਲ ਜੁੜੀ ਹਾਂ, ਤੇ ਹਿੰਦੀ ਵਿੱਚ ਮੈਂ ਬਹੁਤ ਪਹਿਲਾਂ ਜੋ ਵੀ ਮੈਂ ਰਚਨਾ ਕੀਤੀ ਹੈ, ਮੈਂ ਪਹਿਲਾਂ ਹਿੰਦੀ 'ਚ ਲਿਖਿਆ। ਤੇ ਮੇਰੀ ਕਾਲਜ ਟੀਚਿੰਗ ਦੇ ਦੌਰਾਨ ਮੈਂ 23 ਕੁ ਸਾਲ ਦੀ ਸਾਂ ਜਦੋਂ ਮੈਂ ਪਹਿਲੀ ਕਵਿਤਾ ਇਹ ਲਿਖੀ ਸੀ। ਬਹੁਤ ਛੋਟੀ ਜਿਹੀ ਕਵਿਤਾ ਹੈ। समय गिलहरी सा फुदक अगली डाली पर पहुंच जाता है जब, स्पर्श एक अनुभूति बनकर रह जाता है तब, बहुत छोटा होता है वह अंतराल जिसे हम टुकड़ा टुकड़ा संवार कर रखते हैं, उसके बाद तो बस एक बेढबापन ऊंघता रहता है अक्सर जिंदगी की मुंडेरों पर। क्या बात है। ਇਹ ਮੇਰੀ ਪਹਿਲੀ ਕਵਿਤਾ ਸੀ। ਬਹੁਤ ਅੱਛੇ ਜੀ। ਤਾਂ ਉਸ ਤੋਂ ਬਾਅਦ ਵੀ ਫਿਰ ਇਸ ਤਰ੍ਹਾਂ ਹੀ, ਕਿਉਂਕਿ ਮੈਂ ਹੌਸਟਲ ਵਿੱਚ ਸਾਂ, ਇਕੱਲਾ ਮਾਹੌਲ ਸੀ, ਬਿਲਕੁਲ ਇਕਾਂਤ ਸੀ। ਵੈਸੇ ਵੀ ਮੈਂ ਸੋਲੀਟਿਊਡ ਨੂੰ ਬਹੁਤ ਪਸੰਦ ਕਰਨੀ ਆ, ਕਿਉਂਕਿ ਮੈਂ ਆਪਣੇ ਆਪ ਨੂੰ ਜੁੜ ਜਾਂਦੀ ਆ ਉਹਦੇ ਨਾਲ। ਜਿਵੇਂ ਭਾਈ ਵੀਰ ਸਿੰਘ ਕਹਿੰਦੇ ਨੇ ਕਿ ਇਕਾਂਤ ਦੀ ਗੱਲ ਕਰਦੇ ਨੇ, ਤਾਂ ਕਵਿਤਾ ਹੈ ਮੇਰੀ, बस एक चुप सी बिखरी हुई है आस पास, चुप के इस तिलिस्म को कोई ना चाह के भी तोड़ता है जब, बोल होठों के द्वार पे आते हैं जब, उनकी पगध्वनि से चौंक कर भी ये जादुई चुप टूटती नहीं, बल्कि पसरे हुए सोनेपन की अंतरिकता को गहरा देती है, और घिसे हुए शब्द जाल की झिरियां झीनी पड़ जाती हैं, और इन झिरियों से झांकती निरीह चुप भाषा के पहुंच जाती है उस कगार पर जिसे शब्द हाथ बढ़ाकर भी छूने में असमर्थ रहते हैं।
ਸੋ ਇਹ ਕੁਝ ਕਵਿਤਾਵਾਂ ਜਿਹੜੀਆਂ ਮੇਰੇ ਅੰਦਰੋਂ ਉੱਠੀਆਂ ਸੀ ਬਿਗਨਿੰਗ ਦੇ ਵਿੱਚ। ਜੀ। ਤੇ ਹੁਣ ਸਮੇਂ ਦੇ ਹਿਸਾਬ ਦੇ ਨਾਲ ਜਿਵੇਂ ਜਿਵੇਂ ਪਰਿਵਰਤਨ, ਮੇਰੀ ਨਵਾਂ ਕਾਵਿ ਸੰਗ੍ਰਹਿ ਆ ਰਿਹਾ ਸੱਚ ਅੰਬਰ। ਓਕੇ, ਪੰਜਾਬੀ? ਜੀ ਪੰਜਾਬੀ। ਮੇਰੇ ਸਾਰੇ ਕਾਵਿ ਸੰਗ੍ਰਹਿ ਪੰਜਾਬੀ ਚ ਨੇ, ਹਿੰਦੀ ਚ ਅਜੇ ਕੋਈ ਨਹੀਂ ਆਇਆ। ਤੇ ਹੁਣ ਉਹਦੇ ਚੋਂ ਕੁਝ ਲੇਟੈਸਟ ਅਜੇ, ਹਾਂਜੀ, ਮੈਨੂੰ ਜੋ ਸਮਝ ਆ ਰਹੀ ਹੈ ਮੈਂ ਤੁਹਾਨੂੰ ਜੀ ਇੱਕ, ਕਿਉਂਕਿ ਜੋ ਮੈਂ ਗੁਰਬਾਣੀ ਦੇ ਅਧਿਐਨ ਤੋਂ ਜਾਂ ਗੁਰਬਾਣੀ ਨਾਲ ਜੋੜ ਕੇ ਇੱਕ ਸਹਿਜ ਦੀ ਅਵਸਥਾ ਨੂੰ ਜੀਣਾ ਸਿੱਖਿਆ। ਕਵਿਤਾ ਹੀ ਹੈ ਸਹਿਜ। ਭੀੜ ਦੇ ਜੰਗਲ ਵਿੱਚ ਖਲੋਤੀ ਮੈਂ, ਮਾਨਤੀ ਜਹੀ ਵਿੱਥ ਤੇ ਹੋ, ਸਹਿਜੇ ਹੀ ਅੰਦਰ ਉੱਗੀ ਹਰਿਆਵਲ ਵਿੱਚ ਲੈ ਜਾਨੀ ਆ। ਕਿਆ ਬਾਤ ਹੈ, ਕਿਆ ਬਾਤ ਹੈ, ਬਹੁਤ ਡੂੰਘੀ ਗੱਲ ਹੈ। ਬੱਦਲਾਂ ਦੇ ਝੁੰਡ ਮੋਢਿਆਂ ਤੇ ਉਤਰ ਆਉਂਦੇ, ਫਿਰ ਬੁਛਾਰਾਂ ਨਾਲ ਸਰਾਬੋਰ ਹੋਈ ਪਹਾੜਾਂ ਦੇ ਉੱਤੋਂ ਦੀ ਤਿਰ ਜਾਨੀ ਆ। ਜੀ। ਉਗਦੇ ਸੂਰਜ ਦੀ ਕੋਸੀ ਨਿੱਘ ਨਾਲ ਚੁੱਲੀ ਪਰ ਮਨ ਅੰਤਰ ਦੀ ਸਿਰਹਨ ਨੂੰ ਗਰਮਾ ਲੈਨੀ ਆ। ਆਪਣੇ ਆਲੇ ਦੁਆਲੇ ਉੱਗੇ ਕਿੰਗਰੇ ਟੱਪ ਸ਼ਬਦਹੀਨ ਸਹਿਜ ਦੇ ਪੁਲਾੜ ਵਿੱਚ ਰਮ ਜਾਨੀ ਆ। ਫਿਰ ਉਸ ਅਹਿਸਾਸ ਦਾ ਪੱਲਾ ਫੜੀ ਭੀੜ ਵਿੱਚ ਮੁੜ ਆਉਂਦੀ ਹਾਂ, ਪਰ ਨਹੀਂ ਛੱਡਦੀ ਉਸ ਅਨੁਭੂਤੀ ਬੋਧ ਦਾ ਲੜ, ਤੇ ਸਹਿਜੇ ਹੀ ਆਪਣੀ ਜਿਹੀ ਭੀੜ ਵਿੱਚ ਫਿਰ ਰਲ ਜਾਨੀ ਹਾਂ। ਆਪਣੀ ਜਿਹੀ ਭੀੜ ਵਿੱਚ ਫਿਰ ਰਲ ਜਾਨੀ ਹਾਂ। ਬਹੁਤ ਸ਼ੁਕਰੀਆ, ਮਿਹਰਬਾਨੀ ਜੀ, ਥੈਂਕ ਯੂ। ਇਹ ਸੀ ਅੱਜ ਦੀ ਇੱਕ ਖਾਸ ਮੁਲਾਕਾਤ, ਖਾਸ ਗੱਲਬਾਤ ਕੁਲਦੀਪ ਕੌਰ ਜੀ ਦੇ ਨਾਲ। ਉਮੀਦ ਹੈ ਕਿ ਤੁਹਾਨੂੰ ਇਹਨਾਂ ਦੀ ਕਵਿਤਾ ਔਰ ਇਹਨਾਂ ਦਾ ਜਿਹੜਾ ਅਧਿਆਤਮਵਾਦ ਅਤੇ ਇਹਨਾਂ ਦੇ ਤਜਰਬੇ ਦੇ ਨਾਲ ਸੰਬੰਧ ਜਿਹੜੀ ਇਹਨਾਂ ਨੇ ਗੱਲਾਂ ਕੀਤੀਆਂ ਨੇ, ਉਹਨਾਂ ਤੋਂ ਤੁਹਾਨੂੰ ਬਹੁਤ ਕੁਝ ਜਾਣਨ ਨੂੰ, ਸਿੱਖਣ ਨੂੰ ਪ੍ਰਾਪਤ ਹੋਇਆ ਹੋਵੇਗਾ। ਤੋ ਅਗਲੇ ਪ੍ਰੋਗਰਾਮਾਂ ਦੇ ਵਿੱਚ ਫਿਰ ਹਾਜ਼ਰ ਹੋਵਾਂਗੇ ਔਰ ਹੋਰ ਜਿਹੜੀ ਇਸੇ ਤਰ੍ਹਾਂ ਨਵੀਂ ਸ਼ਖਸੀਅਤ ਦੇ ਨਾਲ ਗੱਲਬਾਤ ਲੈ ਕੇ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਅੱਜ ਸਾਨੂੰ ਵਕਤ ਦਿੱਤਾ। ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਵੈਰੀ ਮਚ। ਥੈਂਕ ਯੂ ਸੋ